ਆਪਾਂ ਕਰਨ ਲੱਗੇ ਹਾਂ ਅੱਜ ਕਲਾਸੀਫਿਕੇਸ਼ਨ ਆਫ ਐਂਗਲਸ। ਮੇਨਲੀ ਇਹਦੇ ਵਿੱਚ ਆਪਾਂ ਐਂਗਲਸ ਬਾਰੇ ਪੜਾਂਗੇ ਕਿ ਕਿਹੜੀ ਕਲਾਸੀਫਿਕੇਸ਼ਨਸ ਹੈ ਐਂਗਲ ਦੀਆਂ, ਤੇ ਉਹ ਕਲਾਸੀਫਿਕੇਸ਼ਨਸ ਨੂੰ ਆਪਾਂ ਕਿਵੇਂ ਯੂਜ਼ ਕਰਨਾ ਹੈ ਕੁਐਸਚਨਸ ਨੂੰ ਫਾਈਂਡ ਆਊਟ ਕਰਨ ਲਈ। ਠੀਕ ਹੈ, ਤਾਂ ਫਰਸਟ ਕਲਾਸੀਫਿਕੇਸ਼ਨ ਆਪਣੇ ਕੋਲ ਰਾਈਟ ਐਂਗਲ। ਰਾਈਟ ਐਂਗਲ ਕੀ ਹੁੰਦਾ ਹੈ ਕਿ ਜਦੋਂ ਦੋ ਲਾਈਨਸ ਦੇ ਵਿਚਕਾਰ ਇੱਕ ਇੱਦਾਂ 90 ਡਿਗਰੀ ਦਾ ਐਂਗਲ ਬਣ ਜੇ, ਉਹਨੂੰ ਆਪਾਂ ਬੋਲਦੇ ਹਾਂ ਰਾਈਟ ਐਂਗਲ। ਠੀਕ ਹੈ, ਰਾਈਟ ਐਂਗਲ ਨੂੰ ਆਪਾਂ ਇੱਦਾਂ ਰਿਪਰੈਜ਼ੈਂਟ ਕਰਦੇ ਹੁੰਦੇ ਆਹ ਵਾਲੇ ਸਾਈਨ ਨਾਲ। ਆਹ ਸਾਈਨ ਕਿਹੜਾ ਆਪਣੇ ਕੋਲ ਰਾਈਟ ਐਂਗਲ ਦਾ। ਠੀਕ ਹੈ, ਨੈਕਸਟ ਆ ਗਿਆ ਆਪਣੇ ਕੋਲ ਐਕਿਊਟ ਐਂਗਲ। ਐਕਿਊਟ ਐਂਗਲ ਕੀ ਹੁੰਦਾ ਕਿ ਜਦੋਂ ਦੋ ਲਾਈਨਸ ਦੇ ਵਿਚਕਾਰ ਕੋਈ ਇੱਦਾਂ ਦਾ ਐਂਗਲ ਬਣੇ ਜਿਹੜੇ ਐਂਗਲ ਦਾ ਮੈਜਰ ਹੈ ਜਿਹੜਾ ਉਹ 90 ਡਿਗਰੀ ਤੋਂ ਲੈਸ ਹੋਵੇ, ਲੈਸ ਦੈਨ 90 ਡਿਗਰੀ। ਹੁਣ ਲੈਸ ਦੈਨ 90 ਡਿਗਰੀ ਉਹ 55 ਡਿਗਰੀ ਵੀ ਹੋ ਸਕਦਾ ਹੈ, ਉਹ 89 ਡਿਗਰੀ ਵੀ ਹੋ ਸਕਦਾ ਹੈ, ਉਹ 40 ਡਿਗਰੀ ਵੀ ਹੋ ਸਕਦਾ ਹੈ। ਕੋਈ ਵੀ ਐਂਗਲ ਜਦੋਂ ਦੋ ਲਾਈਨਸ ਦੇ ਵਿਚਕਾਰ ਬਣੇ ਬਟ ਉਹ ਐਂਗਲ 90 ਤੋਂ ਲੈਸ ਹੋਣਾ ਚਾਹੀਦਾ, ਤਾਂ ਉਹ ਐਂਗਲ ਕਿਹੜਾ ਹੋਊਗਾ ਆਪਣੇ ਕੋਲ ਐਕਿਊਟ ਐਂਗਲ। ਠੀਕ ਹੈ, ਨੈਕਸਟ ਆ ਗਿਆ ਆਪਣੇ ਕੋਲ ਅਬਟਿਊਜ਼ ਐਂਗਲ। ਅਬਟਿਊਜ਼ ਐਂਗਲ ਉਹ ਵਾਲਾ ਐਂਗਲ ਹੁੰਦਾ ਜੋ ਦੋ ਲਾਈਨਸ ਦੇ ਵਿਚਕਾਰ ਇੱਕ ਐਂਗਲ ਬਣੇ, ਉਹ ਐਂਗਲ ਗ੍ਰੇਟਰ ਦੈਨ 90 ਹੋਵੇ ਬਟ 180 ਤੋਂ ਲੈਸ ਹੋਵੇ। ਭਲਾ 91 ਡਿਗਰੀ ਹੈ, ਭਲਾ ਉਹ ਹੈਗਾ 95 ਡਿਗਰੀ, ਜਾਂ ਉਹ 105 ਡਿਗਰੀ, ਜਾਂ ਉਹਨੂੰ ਆਪਾਂ 179 ਡਿਗਰੀ ਵੀ ਲੈ ਸਕਦੇ ਹਾਂ। ਮਤਲਬ 90 ਤੋਂ ਵੱਡਾ ਹੋਵੇ ਅਤੇ 180 ਤੋਂ ਛੋਟਾ ਹੋਵੇ, ਤਾਂ ਉਹਨੂੰ ਆਪਾਂ ਕੀ ਬੋਲਾਂਗੇ ਅਬਟਿਊਜ਼ ਐਂਗਲ। ਠੀਕ ਹੈ, ਨੈਕਸਟ ਆ ਗਿਆ ਆਪਣੇ ਕੋਲ ਸਟ੍ਰੇਟ ਐਂਗਲ। ਸਟ੍ਰੇਟ ਐਂਗਲ ਕੀ, ਜਦੋਂ ਆਪਾਂ ਦੋ ਲਾਈਨਸ ਲਈਆਂ, ਇੱਕ ਆਹ ਲਾਈਨ ਹੈ ਨਾਲ ਹੀ ਇੱਕ ਹੋਰ ਲਾਈਨ ਜੁਆਇਨ ਕਰਤੀ, ਤਾਂ ਦੋ ਲਾਈਨਸ ਨੂੰ ਜੋ ਆਪਾਂ ਇੱਕੋ ਪੁਆਇੰਟ ਤੋਂ ਜੁਆਇਨ ਕਰਤਾ ਤਾਂ ਉੱਥੇ ਜਿਹੜਾ ਐਂਗਲ ਬਣਦਾ ਹੁੰਦਾ ਹੈ ਉਹ ਐਂਗਲ ਹੁੰਦਾ 180 ਡਿਗਰੀ ਦਾ ਐਂਗਲ, ਜਿਹਨੂੰ ਆਪਾਂ ਸਟ੍ਰੇਟ ਐਂਗਲ ਬੋਲਦੇ ਹਾਂ। ਤਾਂ ਸਟ੍ਰੇਟ ਐਂਗਲ ਦਾ ਮੈਜਰ ਕਿੰਨਾ ਹੁੰਦਾ 180 ਡਿਗਰੀ। ਠੀਕ ਹੈ, ਨੈਕਸਟ ਆ ਗਿਆ ਆਪਣੇ ਕੋਲ ਰਿਫਲੈਕਸ ਐਂਗਲ। ਰਿਫਲੈਕਸ ਐਂਗਲ ਕੀ ਹੁੰਦਾ, ਉਹ ਵਾਲਾ ਐਂਗਲ ਜਿਹਦਾ ਮੈਜਰ, ਜਿਹਦੀ ਵੈਲਿਊ 180 ਤੋਂ ਜ਼ਿਆਦਾ ਹੋਵੇ ਬਟ 360 ਤੋਂ ਘੱਟ ਹੋਵੇ। ਜਿਵੇਂ ਆਹ ਵਾਲਾ ਐਂਗਲ, ਆਹ ਦੋ ਲਾਈਨਸ ਦੇ ਵਿਚਕਾਰ ਜਿਹੜਾ ਐਂਗਲ ਬਣਦਾ ਹੈ ਇਹਦਾ ਮੈਜਰ 180 ਤੋਂ ਵੱਧ ਹੋਣਾ ਚਾਹੀਦਾ, 360 ਤੋਂ ਘੱਟ। ਜਿਵੇਂ 190 ਜਾਂ 350 ਜਾਂ 355, 360 ਤੋਂ ਘੱਟ 180 ਤੋਂ ਉੱਪਰ, ਉਹ ਵਾਲਾ ਕਿਹੜਾ ਹੋਊਗਾ ਆਪਣੇ ਕੋਲ ਰਿਫਲੈਕਸ ਐਂਗਲ। ਠੀਕ ਹੈ, ਨੈਕਸਟ ਆ ਗਿਆ ਆਪਣੇ ਕੋਲ ਜ਼ੀਰੋ ਐਂਗਲ। ਜ਼ੀਰੋ ਐਂਗਲ ਦਾ ਮਤਲਬ ਕਿ ਮੰਨ ਲਓ ਮੇਰੇ ਕੋਲ ਇੱਕ ਆਹ ਲਾਈਨ ਹੈ ਅਤੇ ਇੱਕ ਇਹਦੇ ਉੱਪਰ ਹੀ ਮੈਂ ਇੱਕ ਹੋਰ ਲਾਈਨ ਰੱਖਣ ਲੱਗੀ ਹਾਂ। ਠੀਕ ਹੈ, ਜਦੋਂ ਦੋ ਲਾਈਨਸ ਸੇਮ ਕੋਇਨਸਾਈਡ ਕਰਦੀਆਂ ਪਈਆਂ ਤਾਂ ਉਹਦੇ ਵਿੱਚ ਕਿਹੜਾ ਐਂਗਲ ਬਣਦਾ ਹੁੰਦਾ ਜ਼ੀਰੋ ਐਂਗਲ। ਠੀਕ ਹੈ, ਨੈਕਸਟ ਆ ਗਿਆ ਆਪਣੇ ਕੋਲ ਐਡਜੈਸੈਂਟ ਐਂਗਲਸ। ਐਡਜੈਸੈਂਟ ਐਂਗਲਸ ਕਿਹੜੇ ਹੁੰਦੇ, ਜਦੋਂ ਦੋ ਲਾਈਨਸ ਇੱਦਾਂ ਦੀਆਂ ਹੋਣ, ਉਹਦੇ ਵਿਚਕਾਰ ਇੱਕ ਹੋਰ ਲਾਈਨ ਹੋਵੇ। ਠੀਕ ਹੈ, ਵਿਚਕਾਰ ਲਾਈਨ ਹੋਣ 'ਤੇ ਆਹ ਦੋਨੋਂ ਐਂਗਲਸ ਕਿਹੜੇ ਹੋਣਗੇ ਐਡਜੈਸੈਂਟ ਐਂਗਲਸ। ਐਡਜੈਸੈਂਟ ਜਿਹੜੇ ਨੇੜੇ ਵਾਲੇ ਐਂਗਲਸ ਹੋਣਗੇ ਜਿਨ੍ਹਾਂ ਦਾ ਇੱਕ ਕਾਮਨ ਆ ਪੁਆਇੰਟ ਹੋਊਗਾ। ਆਹ ਵਾਲਾ ਜਿਹੜਾ ਪੁਆਇੰਟ ਹੈ ਕਾਮਨ ਹੋਊਗਾ ਵੀ ਆਹ ਜਿਹੜਾ ਐਂਗਲ ਹੈ ਫਾਰ ਐਗਜ਼ਾਮਪਲ AOB, ਇੱਧਰੋਂ ਆਹ ਵਾਲਾ ਐਂਗਲ BOC, ਦੋਨਾਂ ਵਿੱਚ ਕਾਮਨ ਪੁਆਇੰਟ ਕਿਹੜਾ ਹੈ O, ਅਤੇ ਦੋਨਾਂ ਐਂਗਲ ਦੇ ਵਿਚਕਾਰ ਇੱਕ ਕਾਮਨ ਲਾਈਨ ਆ ਰਹੀ ਹੈ BO, ਤਾਂ ਆਹ ਵਾਲੇ ਦੋ ਐਂਗਲਸ ਕਿਹੜੇ ਹੋਣਗੇ ਫਿਰ ਐਡਜੈਸੈਂਟ ਐਂਗਲਸ। ਠੀਕ ਹੈ, ਨੈਕਸਟ ਆ ਗਿਆ ਆਪਣੇ ਕੋਲ ਕਿ ਅਗਰ ਮੰਨ ਲਓ ਇੱਕ ਲਾਈਨ ਹੈ ਸਟ੍ਰੇਟ ਲਾਈਨ ਦੇ ਉੱਪਰ ਇੱਕ ਇੱਦਾਂ ਲਾਈਨ ਆ ਰਹੀ ਹੈ, ਤਾਂ ਉਹ ਲਾਈਨ ਆਉਣ ਤੋਂ ਬਾਅਦ ਜਿਹੜੇ ਦੋ ਐਂਗਲਸ ਬਣਨਗੇ, ਇਹ ਦੋਨੋਂ ਐਂਗਲਸ ਦਾ ਜਿਹੜਾ ਸਮ ਹੁੰਦਾ ਹੈ ਉਹ 180 ਡਿਗਰੀ ਹੁੰਦਾ ਹੈ। ਠੀਕ ਹੈ, ਜਿਹਨੂੰ ਆਪਾਂ ਲੀਨੀਅਰ ਪੇਅਰ ਵੀ ਬੋਲਦੇ ਹਾਂ। ਇਹ ਪ੍ਰੋਪਰਟੀ ਨੂੰ ਆਪਾਂ ਲੀਨੀਅਰ ਪੇਅਰ ਵੀ ਬੋਲਦੇ ਹਾਂ। ਠੀਕ ਹੈ, ਜ਼ਰੂਰੀ ਨਹੀਂ ਕਿ ਵਨ ਲਾਈਨ ਹੀ ਹੋਵੇ, ਜੇ ਇੱਦਾਂ ਵੀ ਹੋਊਗਾ ਇਹਦੇ ਉੱਪਰ ਜੋ ਵੀ ਐਂਗਲਸ ਬਣ ਰਹੇ ਤਿੰਨੋਂ ਐਂਗਲਸ ਦਾ ਫਿਰ ਇੱਥੇ ਕੀ ਸਮ ਜਿਹੜਾ ਹੋਊਗਾ, ਤਿੰਨੋਂ ਐਂਗਲਸ ਦਾ ਸਮ ਕੀ ਆ ਉਹ 180 ਡਿਗਰੀ ਹੋਊਗਾ। ਠੀਕ ਹੈ, ਤਾਂ ਇਹ ਪ੍ਰੋਪਰਟੀ ਨੂੰ ਆਪਾਂ ਬੋਲਣਾ ਲੀਨੀਅਰ ਪੇਅਰ ਪ੍ਰੋਪਰਟੀ। ਠੀਕ ਹੈ, ਨੈਕਸਟ ਆ ਗਿਆ ਆਪਣੇ ਕੋਲ ਕੰਪਲੀਮੈਂਟਰੀ ਐਂਗਲਸ। ਕੰਪਲੀਮੈਂਟਰੀ ਐਂਗਲਸ ਕਿਹੜੇ ਹੁੰਦੇ ਆ, ਉੱਦਾਂ ਦੇ ਐਂਗਲਸ, ਕੋਈ ਵੀ ਦੋ ਡਾਇਗਰਾਮਸ ਲੈਣੀ ਹੈ, ਦੋਨੋਂ ਡਾਇਗਰਾਮਸ ਦੇ ਐਂਗਲਸ ਦਾ ਆਪਾਂ ਪਲੱਸ ਕਰਨਾ ਹੈ। ਜੇ ਤਾਂ ਦੋਨੋਂ ਐਂਗਲਸ ਜਿਹੜੇ ਹੈਗੇ ਆ ਪਲੱਸ ਕਰਨ ਤੋਂ ਬਾਅਦ ਆਪਾਂ ਨੂੰ 90 ਡਿਗਰੀ ਦੇ ਰਹੇ ਹੈ, ਤਾਂ ਦੋਨੋਂ ਐਂਗਲਸ ਕਿਹੜੇ ਆਪਣੇ ਕੋਲ ਕੰਪਲੀਮੈਂਟਰੀ ਐਂਗਲਸ। ਬਟ ਜੇ ਇੱਦਾਂ ਹੋਵੇ ਇੱਕ 30 ਹੈ, ਇੱਥੇ ਮੰਨ ਲਓ 70 ਹੁੰਦਾ, 30 + 70 ਤਾਂ ਕਿੰਨਾ ਬਣ ਜਾਣਾ ਸੀਗਾ 100 ਡਿਗਰੀ। 100 ਡਿਗਰੀ 90 ਦੇ ਬਰਾਬਰ ਨਹੀਂ ਆਇਆ ਨਾ, ਮਤਲਬ ਫਿਰ ਇਹ ਕੰਪਲੀਮੈਂਟਰੀ ਐਂਗਲਸ ਨਹੀਂ ਹੋਣਗੇ। ਤਾਂ ਕੰਪਲੀਮੈਂਟਰੀ ਐਂਗਲਸ ਉਹ ਵਾਲੇ ਐਂਗਲ ਹੋਣਗੇ ਜਿਨ੍ਹਾਂ ਦੇ ਸਮ, ਜਿਵੇਂ 30 ਅਤੇ 60 ਦਾ ਸਮ ਆਪਾਂ ਨੂੰ 90 ਮਿਲੂਗਾ, ਜਾਂ 50 ਅਤੇ 40 ਦਾ ਸਮ ਆਪਾਂ ਨੂੰ 90 ਮਿਲੂਗਾ, ਤਾਂ ਇਹ ਵਾਲੇ ਐਵਰੇਜ ਪੇਅਰ ਕਿਹੜੇ ਹੁੰਦੇ ਆ ਕੰਪਲੀਮੈਂਟਰੀ ਐਂਗਲਸ। ਠੀਕ ਹੈ, ਅਗਰ ਆਪਾਂ ਨੂੰ ਕਹਿਣਗੇ ਆਪਾਂ ਕੰਪਲੀਮੈਂਟਰੀ ਐਂਗਲ ਲੱਭਣਾ ਹੈ ਕਿ ਆਪਾਂ 60 ਡਿਗਰੀ ਦਾ ਕੰਪਲੀਮੈਂਟਰੀ ਐਂਗਲ ਲੱਭਣਾ ਹੈ, ਤਾਂ ਕਿਵੇਂ ਕਰਾਂਗੇ 60 ਨੂੰ 90 ਚੋਂ 60 ਨੂੰ ਆਪਾਂ ਮਾਈਨਸ ਕਰ ਦਾਂਗੇ, ਤਾਂ ਕਿੰਨਾ ਆ ਜਾਊਗਾ 30, ਤਾਂ 60 ਦਾ ਕੰਪਲੀਮੈਂਟਰੀ ਮਤਲਬ ਨਾਲ ਦਾ ਐਂਗਲ ਕਿਹੜਾ ਆਪਣਾ 30 ਡਿਗਰੀ। ਠੀਕ ਹੈ, ਨੈਕਸਟ ਆ ਗਿਆ ਆਪਣੇ ਕੋਲ ਸਪਲੀਮੈਂਟਰੀ ਐਂਗਲਸ।
ਸਪਲੀਮੈਂਟਰੀ ਐਂਗਲਸ ਉਹ ਵਾਲੇ ਐਂਗਲਸ ਹੁੰਦੇ ਆ ਜਿਨ੍ਹਾਂ ਦੋਨਾਂ ਦਾ ਸਮ ਆਪਾਂ ਨੂੰ 180 ਡਿਗਰੀ ਮਿਲੇ। ਮੰਨ ਲਓ ਜਿਵੇਂ 115 ਡਿਗਰੀ ਅਤੇ 65 ਡਿਗਰੀ, ਦੋਨਾਂ ਨੂੰ ਪਲੱਸ ਕਰੋ ਤਾਂ ਆਨਸਰ 180 ਡਿਗਰੀ ਮਿਲ ਜੂਗਾ। ਕੋਈ ਵੀ ਦੋ ਐਂਗਲਸ ਲਓ, ਦੋਨਾਂ ਐਂਗਲਸ ਦਾ ਜੇ ਪਲੱਸ ਆਪਾਂ ਨੂੰ 180 ਡਿਗਰੀ ਮਿਲ ਰਿਹਾ ਤਾਂ ਉਹ ਐਂਗਲਸ ਆਪਣੇ ਕੋਲ ਕਿਹੜੇ ਹੋਣਗੇ? ਸਪਲੀਮੈਂਟਰੀ ਐਂਗਲਸ। ਜੇ ਮੰਨ ਲਓ ਫੋਰ ਐਗਜ਼ਾਮਪਲ ਆਪਣੇ ਕੋਲ ਕੋਈ ਵੀ ਇੱਕ ਐਂਗਲ ਹੈ 72 ਡਿਗਰੀ ਦਾ ਐਂਗਲ ਹੈ, ਮੈਂ 72 ਦਾ ਸਪਲੀਮੈਂਟਰੀ ਐਂਗਲ ਲੱਭਣਾ ਹੈ। ਸਪਲੀਮੈਂਟਰੀ ਐਂਗਲ ਮਤਲਬ ਕਿ ਕੁਛ ਇੱਦਾਂ ਦਾ ਐਂਗਲ ਲੱਭਣਾ ਜਿਹਦੇ ਨਾਲ ਪਲੱਸ ਕਰਕੇ ਆਨਸਰ 180 ਡਿਗਰੀ ਆਵੇ। ਤਾਂ 72 ਸਪਲੀਮੈਂਟਰੀ ਤੁਸੀਂ ਕਿਵੇਂ ਕੱਢੋਗੇ? 180 ਵਿੱਚੋਂ 72 ਨੂੰ ਮਾਈਨਸ ਕਰ ਦਿਓ, ਜਿੰਨਾ ਵੀ ਆਨਸਰ ਆਇਆ ਉਹ ਇਹਦਾ ਸਪਲੀਮੈਂਟਰੀ ਐਂਗਲ ਹੋਊਗਾ। ਠੀਕ ਹੈ, ਤੁਸੀਂ ਅਗਰ ਯਾਦ ਰੱਖਣਾ ਵੀ ਯਾਦ ਕਿਵੇਂ ਰਹੂਗਾ ਕਿ ਕੰਪਲੀਮੈਂਟਰੀ 90 ਡਿਗਰੀ ਪਲੱਸ ਹੋਣਾ ਚਾਹੀਦਾ, ਸਪਲੀਮੈਂਟਰੀ 180 ਦਾ ਪਲੱਸ ਹੋਣਾ ਚਾਹੀਦਾ। ਤਾਂ ਸਪਲੀਮੈਂਟਰੀ ਯਾਦ ਰੱਖਿਓ ਸੱਪ ਮਤਲਬ ਪੂਰਾ ਲੰਬਾ, ਲੰਬੇ 'ਚ ਕਿਹੜਾ ਐਂਗਲ ਹੁੰਦਾ? 180 ਡਿਗਰੀ। ਤਾਂ ਸਪਲੀਮੈਂਟਰੀ ਇੱਥੋਂ ਯਾਦ ਰੱਖ ਲਿਓ 180 ਡਿਗਰੀ ਦੇ ਬਰਾਬਰ ਕਰਨਾ ਅਤੇ ਦੂਜੇ ਵਾਲਾ ਤਾਂ ਓਬਵੀਅਸ ਹੈ ਫਿਰ 90 ਡਿਗਰੀ ਹੋਊਗਾ। ਠੀਕ ਹੈ, ਨੈਕਸਟ ਆ ਗਿਆ ਆਪਣੇ ਕੋਲ ਫਿਲ ਇਨ ਦਾ ਬਲੈਂਕਸ। ਇਹਦੇ ਵਿੱਚ ਕੀ ਹੈ? ਐਟ 4 o'clock, ਜਦੋਂ ਘੜੀ ਦੇ ਕਹਿੰਦੇ 4 ਵੱਜਦੇ ਹੈ, ਦਾ ਐਪਟਿਊਜ਼ ਐਂਗਲ ਬਿਟਵੀਨ ਦਾ ਮਿਨਟ ਐਂਡ ਆਰ ਹੈਂਡ ਆਫ ਕਲੋਕ ਇਜ਼। ਤਾਂ ਐਪਟਿਊਜ਼ ਐਂਗਲ ਇਹਦੇ ਵਿੱਚ ਕਿੰਨਾ ਬਣੂਗਾ? ਐਪਟਿਊਜ਼ ਐਂਗਲ ਕਿਹੜਾ ਹੁੰਦਾ ਸੀਗਾ? ਉਹ ਵਾਲਾ ਐਂਗਲ ਜਿਹੜਾ ਆਪਣੇ ਕੋਲ 360 ਵਾਲਾ ਐਂਗਲ, ਮੈਂ ਦੱਸ ਦਿੰਦੀ ਵਿੱਚ ਕਿਹੜਾ ਹੋਊਗਾ। ਐਪਟਿਊਜ਼ ਐਂਗਲ ਕਿਹੜਾ ਆਪਾਂ ਪੜ੍ਹਿਆ ਸੀ? ਆ ਦੇਖੋ, ਐਪਟਿਊਜ਼ ਐਂਗਲ ਕਿਹੜਾ ਪੜ੍ਹਿਆ ਸੀ? ਜਿਹੜਾ ਆਪਣੇ 90 ਤੋਂ ਵੱਧ ਹੋਣਾ ਚਾਹੀਦਾ ਬਟ 180 ਤੋਂ ਕੀ ਹੈ? ਘੱਟ ਹੋਣਾ ਚਾਹੀਦਾ ਹੈ। ਤਾਂ ਇਹਦੇ ਵਿੱਚ ਵੀ ਇਹੀ ਕਿਹਾ ਕਿ ਜੇ ਆਪਣੇ ਕੋਲ ਇੱਕ ਵਾਚ ਹੈ ਅਤੇ ਵਾਚ 'ਤੇ ਕੀ ਹੈ? ਇਸ ਕਲੋਕ 'ਤੇ 4 o'clock ਹੋਇਆ, ਆਹ ਹੈਗੀ ਆਪਣੇ ਕੋਲ ਵਨ ਹੈਂਡ, ਆ ਸੈਕਿੰਡ ਹੈਂਡ, ਦੋਨੋਂ ਹੈਂਡ ਦੇ ਵਿਚਕਾਰ ਕਿਹੜਾ ਆਪਣੇ ਕੋਲ ਇੱਕ ਐਪਟਿਊਜ਼ ਐਂਗਲ ਬਣਦਾ ਪਿਆ। ਤਾਂ ਉਹ ਐਪਟਿਊਜ਼ ਐਂਗਲ ਕਿੰਨਾ ਹੋਊਗਾ? ਇਹ ਕਿਵੇਂ ਫਾਈਂਡ ਆਊਟ ਕਰਨਾ? ਧਿਆਨ ਨਾਲ ਦੇਖੋ, ਜਿਵੇਂ ਮੰਨ ਲਓ ਇਹਦੇ 'ਚ ਕੀ ਕਰਨਾ ਹੁੰਦਾ ਕਿ ਆਪਾਂ 360, ਆ ਪੂਰਾ ਜਿਹੜਾ ਕੰਪਲੀਟ ਐਂਗਲ ਹੈ 360 ਬਰਾਬਰ ਹੁੰਦਾ। ਠੀਕ ਹੈ, 360 ਬਰਾਬਰ ਟੋਟਲ ਐਂਗਲ ਹੋ ਗਿਆ। ਅਗਰ ਆਪਾਂ ਇੱਕ ਦੀ ਗੱਲ ਕਰੀਏ, 12 ਅਤੇ 1 ਵਿਚਕਾਰ ਇੱਕ ਵਿੱਚ 30 ਡਿਗਰੀ ਦਾ ਗੈਪ ਹੁੰਦਾ, ਇੱਕ ਵਿੱਚ 30, ਦੋ ਵਿੱਚ ਕਿੰਨਾ ਹੋਊਗਾ? 60, ਤਿੰਨ ਵਿੱਚ ਕਿੰਨਾ ਹੋਊਗਾ? 60 + 30 90, ਅਤੇ ਇਹਦੇ ਵਿੱਚ ਕਿੰਨਾ ਹੋਊਗਾ? 120। ਠੀਕ ਹੈ, ਜੇ ਇੱਦਾਂ ਵੀ ਨਹੀਂ ਯਾਦ ਰੱਖਣਾ ਫਿਰ ਬਿਲਕੁਲ ਸਿੰਪਲ ਦੇਖ ਲਓ ਕਿ ਤੁਸੀਂ ਕੀ ਕਰਨਾ ਹੈ, 360 ਉੱਪਰ ਰੱਖਣਾ, ਓਵਰ ਕਿੰਨੇ ਵਜੇ ਹੈ? 4 o'clock ਹੋਇਆ ਨਾ, ਤਾਂ ਮਲਟੀਪਲਾਈ ਕਰ ਦਿਓ 4 ਨਾਲ, ਅਤੇ ਓਵਰ ਆਪਾਂ ਰੱਖਣਾ ਹੁੰਦਾ ਹਮੇਸ਼ਾ 12। ਠੀਕ ਹੈ, ਆਪਾਂ ਕੀ ਕਰਨਾ ਹੈ, 4 o'clock 'ਤੇ ਸੂਈ ਹੈ ਨਾ, 360 ਉੱਪਰ ਰੱਖਣਾ ਹੀ ਰੱਖਣਾ, ਓਵਰ 12 ਰੱਖਣਾ ਹੀ ਰੱਖਣਾ, ਮਲਟੀਪਲਾਈ ਜਿੰਨੇ 'ਤੇ ਵੀ ਕਲੋਕ ਹੈ 4 o'clock 'ਤੇ ਤਾਂ 4 ਨਾਲ ਮਲਟੀਪਲਾਈ ਕਰ ਦਿਓ, ਇਹਨੂੰ ਕੱਟ ਕਰ ਦਿਓ, 4 1 4, 4 2 8, 4 3 12, ਇਹਨੂੰ ਉੱਪਰ ਕੱਟ ਕਰ ਦਿਓ 120। ਤਾਂ ਇਹਦੇ ਵਿੱਚ ਕਿੰਨਾ ਐਂਗਲ ਹੋਊਗਾ? 120 ਦਾ ਐਂਗਲ ਹੋਊਗਾ। ਠੀਕ ਹੈ, ਨੈਕਸਟ ਕੀ ਕਿਹਾ? ਐਟ 4 o'clock ਵਟ ਇਜ਼ ਅ ਰਿਫਲੈਕਸ ਐਂਗਲ। ਇਹਦਾ ਆਪਾਂ ਐਪਟਿਊਜ਼ ਐਂਗਲ ਕੱਢ ਲਿਆ। ਰਿਫਲੈਕਸ ਐਂਗਲ ਹੁੰਦਾ ਕਿ ਐਪਟਿਊਜ਼ ਨੂੰ ਛੱਡ ਕੇ ਬਾਕੀ ਆਹ ਵਾਲਾ ਸਾਰਾ ਰਿਫਲੈਕਸ ਐਂਗਲ ਹੁੰਦਾ। ਆਹ ਸਾਰਾ ਐਂਗਲ ਕਿਹੜਾ ਆਪਣੇ ਕੋਲ? ਰਿਫਲੈਕਸ ਐਂਗਲ। ਇੰਨਾ ਕੁ ਐਂਗਲ ਆਪਣੇ ਕੋਲ ਕਿੰਨਾ ਆ ਗਿਆ? 120 ਡਿਗਰੀ। ਟੋਟਲ ਕਿੰਨਾ ਹੁੰਦਾ? 360। 360 ਜੋ ਮੈਂ ਇੰਨਾ ਕੁ ਮਾਈਨਸ ਕਰ ਦੂੰਗੀ 120, ਤਾਂ ਮੇਰੇ ਕੋਲ ਕਿੰਨਾ ਆ ਜਾਊਗਾ? ਪੂਰਾ ਰਿਫਲੈਕਸ ਐਂਗਲ। ਮਤਲਬ ਰਿਫਲੈਕਸ ਐਂਗਲ ਫਾਈਂਡ ਆਊਟ ਕਰਨ ਲਈ ਆਪਾਂ ਨੂੰ ਕੋਈ ਵੀ ਜੋ ਐਂਗਲ ਗਿਵਨ ਹੋਊਗਾ ਉਹਨੂੰ 360 ਚੋਂ ਮਾਈਨਸ ਕਰ ਦਿਓ, ਤਾਂ ਕਿੰਨਾ ਆ ਗਿਆ ਆਪਣੇ ਕੋਲ? 240 ਡਿਗਰੀ। ਤਾਂ ਆ ਪੂਰੇ ਐਂਗਲ ਦਾ ਮੈਜਰ ਕਿੰਨਾ ਆ ਗਿਆ ਆਪਣੇ ਕੋਲ? 240 ਡਿਗਰੀ। ਠੀਕ ਹੈ, ਨੈਕਸਟ ਆ ਗਿਆ ਫਾਈਂਡ ਦ ਸਪਲੀਮੈਂਟਰੀ ਐਂਗਲਸ ਆਫ ਦ ਫੋਲੋਇੰਗ। ਇਹਨਾਂ ਦਾ ਆਪਾਂ ਕੀ ਸਪਲੀਮੈਂਟਰੀ ਐਂਗਲਸ ਲੱਭਣੇ ਆ। ਸਪਲੀਮੈਂਟਰੀ ਸੱਪ ਮਤਲਬ ਪੂਰਾ ਲੰਬਾ 180 ਡਿਗਰੀ, ਮਤਲਬ ਆਪਾਂ ਕਿ ਇਹਨਾਂ ਨੂੰ 180 ਚੋਂ ਮਾਈਨਸ ਕਰਨਾ ਹੈ ਹਰੇਕ ਨੂੰ। ਫਸਟ ਤਾਂ ਸੌਖਾ ਹੀ ਹੈ, 70 ਡਿਗਰੀ ਹੈ, 70 ਡਿਗਰੀ ਨੂੰ 180 ਚੋਂ ਮਾਈਨਸ ਕਰ ਦਿਓ ਤਾਂ ਕਿੰਨਾ ਆ ਜਾਊਗਾ ਆਪਣੇ ਕੋਲ? 110। ਤਾਂ 70 ਦਾ ਸਪਲੀਮੈਂਟਰੀ ਐਂਗਲ ਕਿੰਨਾ ਆ ਗਿਆ? 110। ਠੀਕ ਹੈ, ਨੈਕਸਟ ਥੋੜ੍ਹੇ ਡਿਫੀਕਲਟ ਹੋ, ਧਿਆਨ ਨਾਲ ਦੇਖਿਓ ਕਿਵੇਂ ਕਰਨੇ ਆ। ਜਿਵੇਂ ਆਪਣੇ ਕੋਲ ਹੈਗਾ 88 ਆਰ 46 ਮਿੰਟ। ਆਰ ਡਿਗਰੀ ਦਾ ਮਤਲਬ ਹੁੰਦਾ, ਜਾਂ ਇੱਦਾਂ ਕਰ ਲਓ, ਡਿਗਰੀ ਦਾ ਮਤਲਬ ਹੁੰਦਾ ਇੱਥੇ ਆਰ, ਅਤੇ ਇੱਕ ਦਾ ਮਤਲਬ ਹੁੰਦਾ ਮਿੰਟ। ਠੀਕ ਹੈ, ਜੇ ਦੋ ਆ ਜਾਣ, ਜਿਵੇਂ ਇੱਥੇ ਦੋ ਆਏ ਹੋਏ ਆ, ਇਹ ਦੋ ਦਾ ਮਤਲਬ ਹੁੰਦਾ ਸੈਕਿੰਡ। ਠੀਕ ਹੈ, ਹੁਣ ਇਹਨੂੰ ਆਪਾਂ 88 ਆਰ 46 ਮਿੰਟ ਨੂੰ ਆਪਾਂ 180 ਡਿਗਰੀ ਵਿੱਚੋਂ ਮਾਈਨਸ ਕਰਨਾ। ਤਾਂ ਕਿਵੇਂ ਮਾਈਨਸ ਕਰਨਾ? ਹੁਣ ਧਿਆਨ ਨਾਲ ਦੇਖੋ, ਸਭ ਤੋਂ ਪਹਿਲਾਂ 180 ਡਿਗਰੀ ਉਵੇਂ ਰੱਖੋ। ਠੀਕ ਹੈ, ਉਹਦੇ ਵਿੱਚ ਕੀ ਹੈ? ਨੀਚੇ 88 ਡਿਗਰੀ, ਆ ਡਿਗਰੀ ਨੀਚੇ ਡਿਗਰੀ ਰੱਖੋ। ਹੁਣ 46 ਪਿੱਛੇ ਕੀ ਰੱਖੋ? ਇਹਦੇ 46 ਉੱਪਰ ਕੁਛ ਨਹੀਂ ਹੈਗਾ। ਜਦੋਂ ਇੱਥੇ ਉੱਪਰ ਕੁਛ ਨਾ ਹੋਵੇ ਨਾ, ਇੱਥੇ ਇੱਕ ਵਾਰੀ 0 0 ਰੱਖ ਲਿਆ ਕਰੋ, 0 0। ਠੀਕ ਹੈ, ਇਹਨਾਂ ਨੂੰ ਆਪਾਂ ਕਰਨਾ ਹੁਣ ਮਾਈਨਸ।
ਤਾਂ ਮਾਈਨਸ ਕਿਵੇਂ ਹੋਊਗਾ, ਇੱਥੇ ਉਵੇਂ ਸਿੰਪਲ ਮਾਈਨਸ ਵਾਲਾ ਮਾਈਨਸ ਨਹੀਂ ਕਰਨਾ ਕਿ 0 'ਚੋਂ 6 ਨਹੀਂ ਕੱਢ ਸਕਦੇ ਤਾਂ 1 ਕਰਕੇ 10 ਕਰ ਦਿਓ, ਇੱਦਾਂ ਨਹੀਂ ਕਰਨਾ ਹੁੰਦਾ ਇਹਦੇ 'ਚ। ਇਹਦੇ ਦੇਖੋ ਕਿ 1 ਘੰਟੇ ਵਿੱਚ ਕਿੰਨੇ ਮਿੰਟ ਹੁੰਦੇ ਆ, 1 ਘੰਟੇ ਵਿੱਚ 60 ਮਿੰਟ ਹੁੰਦੇ ਆ। ਤਾਂ ਇਹ ਆਪਾਂ ਇੱਥੇ ਕੱਟ ਕਰਕੇ 60 ਲਿਖ ਦੇਣਾ, ਮਤਲਬ ਆਪਾਂ ਇਸ ਘੰਟਿਆਂ 'ਚੋਂ 180 ਘੰਟਿਆਂ 'ਚੋਂ 1 ਘੰਟਾ ਇੱਧਰ ਸ਼ਿਫਟ ਕਰ ਲਿਆ, ਮਤਲਬ 60 ਮਿੰਟਸ ਇੱਧਰ ਸ਼ਿਫਟ ਕਰ ਲਏ। ਜਦੋਂ ਮੈਂ 180 'ਚੋਂ 1 ਘੰਟਾ ਉੱਧਰ ਲੈ ਜੂੰਗੀ ਤਾਂ ਇੱਧਰ ਕਿੰਨੇ ਘੰਟੇ ਵੱਜ ਜਾਣਗੇ, 179 ਘੰਟੇ। ਠੀਕ ਹੈ, ਹੁਣ ਮਾਈਨਸ ਕਰੋ। ਹੁਣ ਮਾਈਨਸ ਕਰਨ 'ਤੇ ਕਿੰਨਾ ਹੋਊਗਾ, 0 'ਚੋਂ 6 ਤਾਂ ਆਪਾਂ ਕੱਢ ਨਹੀਂ ਸਕਦੇ ਤਾਂ ਆਪਾਂ ਨੂੰ ਕੈਰੀ ਲੈਣਾ ਪੈਣਾ। 10 ਬਣਾ ਕੇ ਇੱਥੇ 5 ਕਿੰਨਾ ਆ ਜਾਊਗਾ 4 1, ਇਹਨੂੰ ਮਾਈਨਸ ਕਰ ਦਿਓ 1 7 17 ਮਾਈਨਸ 8 ਕਿੰਨਾ ਹੁੰਦਾ 9। ਠੀਕ ਹੈ, ਤਾਂ ਇੰਨਾ ਆ ਗਿਆ ਆਪਣੇ ਕੋਲ ਆਂਸਰ 91 ਡਿਗਰੀ 14 ਮਿੰਟ। ਕਲੀਅਰ। ਇੱਕ ਹੋਰ ਐਗਜ਼ਾਮਪਲ ਨਾਲ ਸਮਝਾ ਦਿੰਦੀ ਫਿਰ ਜ਼ਿਆਦਾ ਕਲੀਅਰ ਹੋ ਜਾਊਗਾ। ਹੁਣ ਆਪਾਂ ਕੀ ਕਰਨਾ ਹੈ, ਸਪਲੀਮੈਂਟਰੀ ਐਂਗਲ ਲੱਭਣਾ ਇਸ ਥਰਡ ਦਾ। ਸਪਲੀਮੈਂਟਰੀ ਐਂਗਲ ਲੱਭਣਾ ਮਤਲਬ 180 ਵਿੱਚੋਂ ਇਸ ਚੀਜ਼ ਨੂੰ 124 ਆਰ 28 ਮਿੰਟ 35 ਸੈਕਿੰਡ ਨੂੰ ਮਾਈਨਸ ਕਰਨਾ। ਤਾਂ ਕਿਵੇਂ ਮਾਈਨਸ ਕਰਨਾ ਦੇਖੋ, 180 ਉਵੇਂ ਰੱਖਣਾ, ਥੱਲੇ 124 ਉੱਦਾਂ ਹੀ 28 ਮਿੰਟ 35 ਸੈਕਿੰਡ, ਉੱਪਰ 00 ਰੱਖ ਲਓ ਫਿਲਹਾਲ, 0000 ਮਿੰਟ ਵਾਲੇ ਇਹ ਸੈਕਿੰਡ ਵਾਲੇ। ਹੁਣ 00 ਵਿੱਚ 35 ਤਾਂ ਮਾਈਨਸ ਨਹੀਂ ਹੋਣੇ ਤਾਂ 60 ਲੈ ਲਓ, ਕਿਉਂਕਿ ਜੇ ਇੱਦਾਂ ਦੇ ਆ ਜਾਏ ਨਾ 60 ਲੈਣਾ ਹੁੰਦਾ ਹਮੇਸ਼ਾ ਉੱਪਰ। 60 ਲੈ ਕੇ ਕੀ ਇੱਥੇ ਕੀ ਬਚ ਜੂਗਾ, ਇੱਥੇ ਵੀ 0060 ਸੀ ਮਤਲਬ, ਤਾਂ ਇੱਥੇ ਰਹਿ ਜੂਗਾ 59। ਇੱਥੇ ਆਪਾਂ ਇੱਕ ਹੋਰ ਲੈ ਲਿਆ, ਇੱਥੇ 59 ਦਾ ਰਹਿ ਜੂਗਾ 179। ਠੀਕ ਹੈ, ਹੁਣ ਇਹਨੂੰ ਮਾਈਨਸ ਕਰਨਾ ਸਿੰਪਲ ਹੈ, ਹੁਣ ਇਹਨੂੰ ਮਾਈਨਸ ਆਪਣੇ ਆਪ ਕਰ ਲਿਓ। ਠੀਕ ਹੈ, ਨੈਕਸਟ ਆ ਗਿਆ ਫਾਈਂਡ ਦ ਸਪਲੀਮੈਂਟਰੀ ਐਂਗਲਸ। ਸੇਮ ਉੱਦਾਂ ਹੀ ਕਰਨੇ ਜਿਵੇਂ ਆਪਾਂ ਕੰਪਲੀਮੈਂਟਰੀ ਕੀਤੇ ਹੈ। ਓਕੇ, ਇਹਦਾ ਸਪਲੀਮੈਂਟਰੀ ਐਂਗਲ ਸੇਮ ਹੀ ਹੈ, ਯੈਸ ਇਹ ਤਾਂ ਆਪਾਂ ਕਰ ਲਿਆ। ਹੁਣ ਆਪਾਂ ਕਰਨਾ ਹੈ, ਇਫ ਦ 2 ਐਡਜੈਸੈਂਟ ਐਂਗਲਸ ਇਜ਼ 76 ਡਿਗਰੀ, ਦੋ ਐਡਜੈਸੈਂਟ ਐਂਗਲਸ ਆਪਾਂ ਨੂੰ 76 ਗਿਵਨ ਹੈ। ਇਫ ਵਨ ਆਫ ਦੈਮ ਇਜ਼ 20 ਡਿਗਰੀ ਮੋਰ ਦੈਨ ਦ ਅਦਰ, ਆਪਾਂ ਨੂੰ ਦੋ ਐਡਜੈਸੈਂਟ ਐਂਗਲਸ ਗਿਵਨ ਹੈ। ਮੰਨ ਲਓ ਇੱਕ ਆਹ ਵਾਲਾ ਐਂਗਲ ਹੈ, ਇੱਕ ਆਹ ਵਾਲਾ ਐਂਗਲ ਹੈ। ਠੀਕ ਹੈ, ਇੱਕ ਜਿਹੜੇ ਦੋਨੋਂ ਦਾ ਸਮ ਹੈ, ਠੀਕ ਹੈ, ਦੋਨੋਂ ਦਾ ਸਮ ਆਪਾਂ ਨੂੰ ਕਿੰਨਾ ਗਿਵਨ ਹੈ, ਮੰਨ ਲਓ ਜੇ x ਹੈ ਇਹ y ਹੈ, x ਪਲੱਸ y ਦਾ ਆਪਾਂ ਨੂੰ ਸਮ ਕਿੰਨਾ ਗਿਵਨ ਹੈ ਐਡਜੈਸੈਂਟ ਐਂਗਲਸ ਦਾ 76 ਡਿਗਰੀ। ਇਫ ਵਨ ਆਫ ਦੈਮ ਇਜ਼ 20 ਮੋਰ ਦੈਨ ਅਦਰ, ਜੇ ਇਹਨਾਂ ਵਿੱਚੋਂ ਕੋਈ ਵੀ ਇੱਕ 20 ਮੋਰ ਮਤਲਬ ਪਲੱਸ ਦੈਨ ਅਦਰ ਕਿੰਨਾ ਹੈ x, ਜੇ ਮਤਲਬ ਦੋਨਾਂ ਚੋਂ ਇੱਕ ਦੀ ਵੈਲਿਊ ਇੰਨੀ ਹੈ ਤਾਂ ਆਪਾਂ ਐਂਗਲਸ ਫਾਈਂਡ ਆਊਟ ਕਰਨੇ ਆ। ਤਾਂ ਕਰ ਲਓ ਬਸ, x ਨੂੰ ਉਵੇਂ ਰੱਖੋ, y ਦੀ ਜਗ੍ਹਾ 'ਤੇ 20 ਪਲੱਸ x ਪੁੱਟ ਕਰ ਦਿਓ, 76 ਉੱਦਾਂ ਹੀ 20 ਰੱਖੋ ਉੱਦਾਂ ਹੀ, x ਪਲੱਸ x 2x ਇਜ਼ ਇਕੁਅਲਸ ਟੂ 76, 2x ਇਜ਼ ਇਕੁਅਲਸ ਟੂ 76 ਪਲੱਸ 20 ਉੱਧਰ ਜਾ ਕੇ ਮਾਈਨਸ 20, 2x ਇਜ਼ ਇਕੁਅਲਸ ਟੂ 56, ਇੱਥੇ ਆ ਜਾਊਗਾ 56 ਓਵਰ 2। ਇਹਨੂੰ ਕਰ ਲਿਓ ਡਿਵਾਈਡ, ਜਦੋਂ 56 ਨੂੰ ਆਪਾਂ 2 ਨਾਲ ਡਿਵਾਈਡ ਕਰਾਂਗੇ ਤਾਂ ਆਂਸਰ ਆ ਜਾਊਗਾ ਆਪਣੇ ਕੋਲ 28 ਡਿਗਰੀ। ਠੀਕ ਹੈ, 28, ਤਾਂ ਇੱਕ ਆ ਗਿਆ ਆਪਣੇ ਕੋਲ 28, ਦੂਜਾ ਆ ਜਾਊਗਾ ਆਪਣੇ ਕੋਲ 20 ਪਲੱਸ 28 ਦੈਟ ਇਜ਼ 48 ਡਿਗਰੀ। ਆ ਦੋ ਆ ਗਏ ਆਪਣੇ ਕੋਲ ਐਂਗਲਸ। ਠੀਕ ਹੈ, ਨੈਕਸਟ ਆ ਗਿਆ ਆਪਣੇ ਕੋਲ ਇਫ ਦ ਕੰਪਲੀਮੈਂਟਰੀ ਐਂਗਲਸ ਆਰ ਇਨ ਰੇਸ਼ੋ। ਆਪਾਂ ਨੂੰ ਕੰਪਲੀਮੈਂਟਰੀ ਐਂਗਲਸ ਗਿਵਨ ਹੈ, ਆਪਾਂ ਐਂਗਲਸ ਲੱਭਣੇ ਆ। ਮੈਂ ਸਮਝਾਇਆ ਸੀ ਨਾ ਕੰਪਲੀਮੈਂਟਰੀ ਐਂਗਲਸ ਕਿਹੜੇ ਹੁੰਦੇ ਆ, ਉੱਦਾਂ ਦੇ ਦੋ ਐਂਗਲ ਜਿਨ੍ਹਾਂ ਦਾ ਪਲੱਸ ਆਪਾਂ ਨੂੰ ਕਰਕੇ 90 ਡਿਗਰੀ ਬਰਾਬਰ ਗਿਵਨ ਹੋਵੇ। ਜਦੋਂ ਵੀ ਰੇਸ਼ੋ ਵਿੱਚ ਗਿਵਨ ਹੁੰਦੇ ਆਪਾਂ ਨੂੰ x ਲੈਣੀ ਪੈਂਦੀ ਹੈ, 7x ਪਲੱਸ 8x ਕੰਪਲੀਮੈਂਟਰੀ ਹੈ ਤਾਂ ਇਜ਼ ਇਕੁਅਲਸ ਟੂ 90 ਰੱਖਣਾ ਪੈਣਾ। 7 ਪਲੱਸ 8 ਹੋ ਗਿਆ 15x ਇਜ਼ ਇਕੁਅਲਸ ਟੂ 90, x ਦੀ ਵੈਲਿਊ ਕਿੰਨੀ ਆ ਗਈ ਆਪਣੇ ਕੋਲ 90 ਓਵਰ 15 ਦੈਟ ਇਜ਼ 6 ਡਿਗਰੀ। x ਦੀ ਵੈਲਿਊ 6 ਆ ਗਈ ਤਾਂ ਇਹਦੇ 'ਚ ਪੁੱਟ ਕਰ ਦਿਓ, 7x ਕਿੰਨਾ ਆ ਜਾਊਗਾ 7 ਮਲਟੀਪਲਾਈ 6 ਦੈਟ ਇਜ਼ 42 ਡਿਗਰੀ, 8x 'ਚ ਕਿੰਨਾ ਆ ਜਾਊਗਾ 8 ਮਲਟੀਪਲਾਈ 6 ਦੈਟ ਇਜ਼ 48 ਡਿਗਰੀ। ਤਾਂ ਦੋਨੋਂ ਐਂਗਲ ਦਾ ਮੈਜਰ ਕਿੰਨਾ ਆਪਣੇ ਕੋਲ 42 ਡਿਗਰੀ ਐਂਡ 48 ਡਿਗਰੀ। ਠੀਕ ਹੈ, ਨੈਕਸਟ ਆ ਗਿਆ 2 ਐਂਗਲਸ ਆਰ ਸਪਲੀਮੈਂਟਰੀ ਇਫ ਵਨ ਆਫ ਦੈਮ ਇਜ਼ ਟਵਾਈਸ ਦ ਅਦਰ ਫਾਈਂਡ ਦ ਐਂਗਲਸ। ਆ ਦੋਨੋਂ ਐਂਗਲਸ ਹੈ ਜਿਹੜੇ ਉਹ ਸਪਲੀਮੈਂਟਰੀ ਐਂਗਲਸ ਹੈ। ਠੀਕ ਹੈ, 2 ਐਂਗਲਸ ਆਰ ਇਨ ਸਪਲੀਮੈਂਟਰੀ। ਕੋਈ ਵੀ ਮੰਨ ਲਓ ਇੱਦਾਂ ਹੈ, ਇੱਕ ਐਂਗਲ x ਹੈ, ਦੂਜਾ ਐਂਗਲ ਕੀ ਹੈ y ਹੈ। ਠੀਕ ਹੈ, ਦੋਨੋਂ ਐਂਗਲ ਸਪਲੀਮੈਂਟਰੀ ਹੈ। ਸਪਲੀਮੈਂਟਰੀ ਮਤਲਬ ਦੋਨਾਂ ਦਾ ਜੋੜ ਕੀ ਹੈ 180 ਡਿਗਰੀ ਦੇ ਬਰਾਬਰ ਹੈ। ਸਪਲੀਮੈਂਟਰੀ ਕਹਿੰਦੇ ਨਾ 180 ਡਿਗਰੀ। ਇਫ ਵਨ ਇਜ਼ ਟਵਾਈਸ ਦ ਅਦਰ, ਜੇ ਇੱਕ ਦੂਸਰੇ ਦਾ ਟਵਾਈਸ ਹੈ, 2 ਗੁਣਾ ਹੈ, ਮਤਲਬ ਇੱਕ ਐਂਗਲ 2x ਹੋਊਗਾ। ਜੇ 1x ਹੀ ਹੈ, ਦੂਜਾ ਐਂਗਲ ਇਸ ਐਂਗਲ ਦਾ ਦੁੱਗਣਾ ਹੈ 2x ਹੈ, ਤਾਂ ਕੀ ਆ ਜਾਊਗਾ x ਉਵੇਂ y ਦੀ ਜਗ੍ਹਾ 'ਤੇ
2x इज इक्वल्स टू 180 डिग्री, 3x इज इक्वल्स टू 180 डिग्री, x की वैल्यू कितनी आ जाऊगी 180/3 दैट इज 60 डिग्री। तो एक एंगल तो अपने को आ वाला 60 डिग्री ही आ गया, दूजा एंगल अपने को कितना आ जाऊगा 2 × 60 दैट इज 120 डिग्री। ठीक है, सेकंड अपने को 120 डिग्री आ गया। नैक्सट आ गया फाइंड द वैल्यू ऑफ एक्स एंड वाई। इस फिगर विचों आपां एक्स ते वाई की वैल्यू फाइंड आउट करनी है। तो एक्स ते वाई की वैल्यू किवें फाइंड आउट करांगे, देखो आप ये ना वर्टिकली ऑपोजिट एंगल का भी लगा सकते हैं, लीनियर पेयर भी लगा सकते हैं, जो तुहानूं सौखा लगे, बट वर्टिकली ऑपोजिट ज़्यादा सौखा लगूगा। देखो किवें, अगर दो लाइनस इदां इंटरसैक्ट कर रही होंदियां ना, क्रॉस कर रही होंदियां, तो उहदे विच आ वाला एंगल इहदे बराबर हुंदा है, मतलब एक्स वाई दे बराबर हुंदा है, आ वाला एंगल आ वाले एंगल के बराबर हुंदा है। ठीक है, सिमिलरली इस डायग्राम च देखो आ वाला एंगल ए बराबर है, मीनस एक्स प्लस 40 है जोड़ा वो 95 के बराबर है। क्यों? क्योंकि वर्टिकली ऑपोजिट एंगल्स है, वर्टिकली ऑपोजिट एंगल्स। तो आ वाला एंगल ए बराबर है, एक्स प्लस 30 इज इक्वल्स टू वाई प्लस 30 के बराबर है। ठीक है, ये भी की है का तो है वर्टिकली ऑपोजिट। मैं सब तो पहले इन्हू सॉल्व करन लगी हाँ। एक्स होवी 95 - 40, तो एक्स की वैल्यू कितनी आ जाएगी अपने को 55 डिग्री। हुण एक्स की वैल्यू आ गई, ये पुट कर दो सेकंड वाली इक्वेशन, एक्स की जगह तो 55 + 30 इज इक्वल्स टू वाई प्लस 30, तो इन्होंने प्लस कर दो, कितना आऊगा 85 इज इक्वल्स टू वाई प्लस 30, 30 प्लस दो उधर जाके माइनस कर दो, 85 - 30 इज इक्वल्स टू वाई, तो वाई की वैल्यू कितनी आ जाएगी अपने को 55 डिग्री। ठीक है, मतलब सिंपली आप वर्टिकली ऑपोजिट एंगल्स करने से इनू वर्टिकली ऑपोजिट करने नाल एक्स की वैल्यू आ गई, ये एक्स की वैल्यू डायरैक्ट पुट करके ये ऑपोजिट करके इक्वल्स कर देना। ठीक है।